गुरु रू प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी एक अमोलक रचना सिरलेख है भाई भगीरथ। मिठी मिठी ठंडी ठंडी त्रेल पै रही है, रैन भिन्नी भिन्नी ते सुहावी लग रही है। त्रिपहरा अजे नहीं वजिया, चंद्रमा पुरे दे गगना विच तनख वांगू पतला होया मिठी मध्यम चाननी तारियां दी लो नाल रला के धरती उत्ते घल रिहा है। शांति दा प्रभाव चुफेरे छा रिहा है। नगरी सुती पई है, बन भी मौन धारी समाधि विच है। वेई वग रही है पर चुपचाप। अचानक जल दे हिलण दी आवाज़ आई। इधर त्रिपहरे ते घड़ियाल ने टंकार दिती, उधर वेई विचों इशनान करन दी, एक डुबकी लगण दी अते एक सोहणी तारी लाई जाण दी आवाज़ आई ते नाल ਇਹ ਸਦ ਸੁਣਾਈ ਦਿੱਤੀ। ਜਿਸ ਮਨ ਵਸਿਆ ਤਰਿਆ ਸੋਏ, ਨਾਨਕ ਜੋ ਭਾਵੈ ਸੋ ਹੋਏ। ਇਸ ਵੇਲੇ ਕੌਣ ਇਸ ਸੁਭਾਗ ਵੇਈ ਵਿੱਚ ਇਸ਼ਨਾਨ ਕਰ ਰਿਹਾ ਹੈ? ਆਪ ਇਸ ਵੇਲੇ ਨੂੰ ਅੰਮ੍ਰਿਤ ਵੇਲਾ ਨਾਮ ਦੇਣ ਵਾਲਾ, ਇਸ ਵੇਲੇ ਜਾਗ ਕੇ ਸਾਈਂ ਵਿੱਚ ਲਿਵ ਲਾ ਕੇ ਬੈਠਣ ਦੀਆਂ ਜਾਚਾਂ ਦੱਸਣ ਵਾਲਾ ਦਾਤਾ ਇਸ਼ਨਾਨ ਕਰ ਰਿਹਾ ਹੈ। ਹਾਂ, ਇਹੋ ਜਿਹੇ ਕਿਸੇ ਸੁਭਾਗ ਦਰਸ਼ਨ ਉੱਤੇ ਦੂਜੇ ਸਾਹਿਬਾਂ ਨੇ ਗੁਣ ਗਾਵਿਆ ਸੀ। ਚੌਥੇ ਪੈਰ ਸਬਾਹਕੈ ਸੁਰਤਿਆਂ ਉਪਜੈ ਚਾਹੋ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾਮ। ਜੋਤ ਨਿਰੰਜਨੀ ਵੇਈ ਵਿੱਚ ਇਸ਼ਨਾਨ ਕਰਕੇ ਬਾਹਰ ਆਈ। ਕੱਪੜੇ ਪਹਿਨੇ, ਥੋੜੀ ਦੂਰ ਇੱਕ ਥੜੇ ਤੇ ਬਿਰਾਜ ਗਏ। ਹਾਂ, ਚੌਂਕੜੀ ਮਾਰ ਕੇ ਬੈਠ ਗਏ। ਪਹਿਲੋਂ ਅਰਸ਼ਾਂ ਵੱਲ ਤੱਕੇ, ਚੁਫੇਰੇ ਤੱਕੇ, ਨੈਣ ਮੁੰਦੇ ਅਰ ਖੁੱਲੇ। ਫਿਰ ਪਵਿੱਤਰ ਤੇ ਰਸ ਭਰੇ ਗਲੇ ਤੋਂ ਪਿਆਰ ਭਰੀ ਸਦ ਨਿਕਲੀ। ਪੇਵਕੜੇ ਤਨ ਖਰੀ ਇਆਣੀ, ਤਿਸ ਸ਼ੌਕੀ ਮੈਂ ਸਾਰ ਨਾ ਜਾਣੀ। ਸ਼ੌਹ ਮੇਰਾ ਏਕ ਦੂਜਾ ਨਹੀਂ ਕੋਈ, ਨਦਰ ਕਰੇ ਮੇਲਾਵਾ ਹੋਈ ਰਹਾਓ। ਸਹੁਰੜੇ ਧਨ ਸਾਚ ਪਛਾਣਿਆ, ਸਹਿਜ ਸੁਭਾਏ ਆਪਣਾ ਪਿਰ ਜਾਣਿਆ। ਗੁਰ ਪ੍ਰਸਾਦੀ ਐਸੀ ਮਤ ਆਵੈ, ਤਾਂ ਕਾਮਣ ਕੰਤੈ ਮਨ ਪਾਵੈ। ਕਹਿਤ ਨਾਨਕ ਪੈ ਭਾਵ ਕਾ ਕਰੇ ਸਿਗਾਰ, ਸਦ ਹੀ ਸੇਜੈ ਰਵੈ ਪਤਾਰ। ਆਸਾ ਦੀ ਇਹ ਦਿਲ ਖਿੱਚ ਧੁਨੀ ਇਸ ਸੁਹਾਵ ਤੇ ਟਿਕਾਉ ਦੇ ਸਮੇਂ ਆਪਣਾ ਸੁਰੀਲਾ ਸਰੂਰ ਦੇ ਕੇ ਬੰਦ ਹੋ ਗਈ। ਗਾਵਨਹਾਰ ਅਰਸ਼ੀ ਦਾਤਾ ਜੀ ਮਗਨ ਹੋ ਗਏ। ਅੰਤਰ ਆਤਮੇ ਪਰਮਾਤਮਾ ਦੇਸ਼ ਦੀ ਅਗੰਮ ਗਤੀ ਵਿੱਚ ਰਸਲੀਨ ਹੋ ਗਏ। ਬਾਹਰੋਂ ਤੱਕੋ ਤਾਂ ਚੁੱਪਚਾਪ ਹਨ, ਮਾਨੋ ਏਕਾਂਤ ਸ਼ਾਨ ਦੇ ਕੁਦਰਤੀ ਪ੍ਰਭਾਵ ਵਿੱਚ ਟਿਕਾਊ ਰੂਪ ਧਾਰੀ ਹੋ ਕੇ ਟਿਕਿਆ ਬੈਠਾ ਹੈ। ਮੱਧਮ ਚਾਂਦਨੀ ਦੀ ਲੋਹ ਵਿੱਚ ਰੂਹਾਨੀ ਚਿਹਰਾ ਇਉਂ ਭਾਸ ਰਿਹਾ ਹੈ ਕਿ ਸਵਾਦ ਰਸ ਆਨੰਦ ਦੀ ਫੁਹਾਰ ਚਿਹਰੇ ਤੋਂ ਆਬਾ ਦੇਣ ਦੀ ਚੁਫੇਰੇ ਆਪਣੀਆਂ ਮਿੱਠੀਆਂ ਕਿਰਨਾਂ ਪਾ ਰਹੀ ਹੈ। ਅਰਸ਼ਾਂ ਦੇ ਵਾਸੀਆਂ ਦੇ ਨੈਣ ਤਾਰੇ ਹੋ ਕੇ ਇਸ ਦਰਸ਼ਨ ਨੂੰ ਤੱਕ ਰਹੇ ਤੇ ਆਪਣੇ ਆਪ ਵਿੱਚ ਛੱਕੇ ਜਾ ਰਹੇ ਹਨ। ਹਵਾ ਸਪਰਸ਼ ਪਾ ਕੇ ਅਡੋਲ ਹੋ ਰਹੀ ਹੈ। ਮਿੱਠੀ ਚਾਂਦਨੀ ਪਾਰੇ ਦੇ ਛੰਭ ਵਾਂਗ ਟਿਕ ਰਹੀ ਜਾਪਦੀ ਹੈ। ਐਸਾ ਟਿਕਾਉ ਵਾਲਾ ਰਸ ਭਰਿਆ ਸੁਹਾਵ ਹੈ ਕਿ ਸੁਹਜ ਆਪ ਇਸ ਸੁੰਦਰਤਾ ਵਿੱਚ ਲੀਨ ਹੋ ਰਿਹਾ ਹੈ। ਇਉਂ ਆਪਣੇ ਪਿਆਰੇ ਦੇ ਰਸ ਰੰਗ ਵਿੱਚ ਸੋਹਣਾ ਗੁਰੂ ਨਾਨਕ ਬੈਠਾ ਹੈ। ਸਮਾਂ ਛੋਪਲੇ ਛੋਪਲੇ ਲੰਘ ਰਿਹਾ ਹੈ। ਹਾਂ, ਸਮੇਂ ਦੀ ਹਰ ਛਿਨ ਤੇ ਹਰ ਛਿਨ ਦਾ ਵਿਸਾ ਚਸਾ ਰਸ ਰੂਪ ਦਾਤਾ ਜੀ ਦੀ ਛੋਹ ਨਾਲ ਸੁਗੰਧਿਤ ਹੋ ਕੇ ਨਿਜ ਨੂੰ ਸਫਲ ਕਰਦਾ ਮਲਕੜੇ ਮਲਕੜੇ ਜਾ ਰਿਹਾ ਹੈ।
ਮਾਨੋ ਅਕਾਲ ਦੀ ਗੋਦ ਵਿੱਚ ਟਿੱਕੇ ਪਿਆਰੇ ਦੀ ਛੂਹ ਨਾਲ ਕਾਲ ਵੀ ਆਪਣੇ ਅਟਿਕਵੇਂ ਸਰੂਪ ਨੂੰ ਸੁਫਲਾ ਰਿਹਾ ਹੈ। ਜਾ ਰਿਹਾ ਹੈ ਕਾਲ, ਪਰ ਇਉਂ ਜਿਵੇਂ ਨਹੀਂ ਜਾ ਰਿਹਾ, ਮਾਨੋ ਟਿਕ ਰਿਹਾ ਹੈ। ਇਸ ਟਿਕਾਅ ਵਿੱਚ ਲਿਪਟ ਰਿਹਾ ਹੈ ਚਰਨ ਕਮਲਾਂ ਨੂੰ। ਸੁਲਤਾਨਪੁਰੇ ਵਿੱਚ ਮੋਦੀ ਦਾ ਚੋਜ ਕਰਨ ਵਾਲੇ ਗੁਰੂ ਦਾਤਾ ਦੇ ਇਸ ਦਰਸ਼ਨ ਦੇ ਬਲਿਹਾਰ। ਇਸ ਪਿਆਰੇ ਦੀ ਆਨੰਦ ਦਾਤਾ ਫੁਹਾਰ ਛਹਿਬਰ ਲਾ ਰਹੀ ਹੈ। ਤਦ ਤੋਂ ਹੁਣ ਤਾਈਂ ਇੱਥੇ ਉੱਥੇ ਤੇ ਹਰ ਥਾਂ ਜਿੱਥੇ ਯਾਦ ਕਰੋ, ਪਿਆਰ ਕਰੋ, ਦਿਲ ਦੀ ਚਸਕ ਨਾਲ ਚੇਤੇ ਕਰੋ, ਉੱਥੇ ਹੀ ਦਾਤਾ ਦੇ ਰਿਹਾ ਹੈ ਆਪਣੀ ਇਹ ਰਸ ਰੂਪ ਛੋਹ। ਵੇਖੋ, ਇੱਥੋਂ ਸੁਲਤਾਨਪੁਰੋਂ 2-3 ਕੋਹ ਪਰੇ ਹੀ ਇੱਕ ਪਿੰਡ ਹੈ ਮੈਲ ਸਿੰਘਾਂ। ਇੱਥੋਂ ਦਾ ਚੌਧਰੀ ਹੈ ਭਗੀਰਥ। ਬੈਠਾ ਹੈ ਧਿਆਨ ਜੋੜ ਕੇ ਇੱਕ ਭੈ ਵਾਲੀ ਪਰ ਬੀਰ ਕਾਲੇ ਰੰਗ ਦੀ ਮੂਰਤੀ ਦੇ ਅੱਗੇ। ਅਜੇ ਬੈਠਾ ਹੈ, ਨਹੀਂ ਮੁੱਦਤਾਂ ਦਾ ਬੈਠਦਾ ਹੈ। ਆਇਆ ਸੀ ਕੋਈ ਸ਼ਾਕਤਿਕ ਤੰਤਰ ਵਿਦਿਆ ਦਾ ਜਾਣੂ, ਆਪਣੀ ਵਿਦਿਆ ਨੂੰ ਦੱਸਦਾ ਸੀ ਵਿਗਿਆਨ। ਦੱਸ ਗਿਆ ਕਾਲੀ ਮਾਈ ਦਾ ਧਿਆਨ ਭਗੀਰਥ ਮੈਲ ਸਿੰਘਾਂ ਦੇ ਚੌਧਰੀ ਨੂੰ। ਲੱਗਾ ਰਿਹਾ ਚੌਧਰੀ ਤਦ ਤੋਂ ਹੁਣ ਤਾਈਂ, ਪਰ ਹੁਣ ਕਦੇ ਕਦੇ ਉਦਾਸ ਹੁੰਦਾ ਹੈ। ਕਿਉਂ? ਚਿੱਤ ਟਿਕ ਜਾਂਦਾ ਹੈ, ਪਰ ਚਿੱਤ ਹਲਕਾ ਨਹੀਂ ਹੁੰਦਾ। ਠੰਡ ਨਹੀਂ ਪੈਂਦੀ, ਟੋਟ ਜਿਹੀ, ਕੁਝ ਭਾਰਾਪਣ ਜਿਹਾ, ਕਦੇ ਅੰਦਰ ਕੁਝ ਸਖਣਾਪਣ ਜਿਹਾ ਰਹਿੰਦਾ ਹੈ। ਇਕਾਗਰਤਾ, ਇਹ ਤਾਂ ਕਈ ਤਰ੍ਹਾਂ ਨਾਲ ਆ ਜਾਂਦੀ ਹੈ। ਹਾਂਜੀ, ਇਕਾਗਰਤਾ ਇਹ ਤਾਂ ਕਈ ਤਰ੍ਹਾਂ ਨਾਲ ਆ ਜਾਂਦੀ ਹੈ। ਕਿਸੇ ਸ਼ੈ 'ਤੇ ਅੱਖਾਂ ਜੋੜੋ, ਮਨ ਜੋੜੋ, ਉਸ 'ਤੇ ਮਨ ਕੁਝ ਟਿਕਣ ਲੱਗ ਜਾਏਗਾ। ਪਰ ਇਉਂ ਟਿਕਿਆ ਮਨ ਭਾਵ ਬਿਨਾਂ ਕੀ ਸਾਰੇਗਾ। ਇਕਾਗਰਤਾ ਨਾਲ ਕੁਝ ਸ਼ਕਤੀ ਵੱਧ ਜਾਏ ਤਾਂ ਵੱਧ ਜਾਏ, ਪਰ ਜੀਵਨ ਦਾ ਪ੍ਰਯੋਜਨ ਤਾਂ ਹੈ ਜੀਵਨ ਦਾਤਾ ਨਾਲ ਮੇਲ। ਜੀਵਨ ਦਾਤਾ ਹੈ ਚੇਤਨ, ਜਿਉਂਦੀ ਜਾਗਦੀ ਹੋਂਦ, ਸਰਬ ਗੁਣਾਂ ਦੀ ਖਾਣ, ਸਰਬ ਦੀ ਜਿੰਦ ਦੀ ਜਿੰਦ। ਅਸੀਂ ਵੀ ਹੋਏ ਰੂਹ ਤੇ ਜਿੰਦ, ਜਿੰਦ ਨੇ ਜਿੰਦ ਨੂੰ ਮਿਲਣਾ ਹੈ। ਨਿੱਕੀ ਜਿਹੀ ਜਿੰਦੜੀ ਨੇ ਵਿਸ਼ਾਲ ਤੇ ਅਮਿਤ ਜਿੰਦ ਨੂੰ ਮਿਲਣਾ ਹੈ। ਦੁੱਖਾਂ ਨਾਲ ਵਿਹੜੀ ਜਿੰਦ ਨੇ ਸਦਾ ਸੁਖੀ ਜਿੰਦ ਨਾਲ ਵਸਲ ਪ੍ਰਾਪਤ ਕਰਨਾ ਹੈ। ਦੋ ਜਿੰਦਾਂ ਨੂੰ ਜੋੜਨਹਾਰ ਵਸਤੂ ਪਿਆਰ ਹੈ। ਹਾਂ, ਜਿੰਦੜੀ ਨੂੰ ਜਿੰਦ ਨਾਲ ਮਿਲਦਾ ਹੈ ਪਿਆਰ। ਵਿਭੂਤੀਆਂ ਪ੍ਰਾਪਤ ਕਰਨ ਵਾਸਤੇ ਇਕਾਗਰਤਾ ਦੇ ਸਾਧਨ ਕਰਨੇ, ਆਪਣੀਆਂ ਤਾਕਤਾਂ ਵਧਾਉਣ ਤੇ ਆਪਣੀਆਂ ਲੋੜਾਂ ਨੂੰ ਪੂਰੀ ਕਰਨ ਲਈ ਵਧੇਰੇ ਸਮਰੱਥ ਹੋਣ ਦਾ ਮਾਰਗ ਤਾਂ ਹੋ ਸਕਦੇ ਹਨ, ਪਰ ਇਹ ਨਿੱਜ ਦੇ ਸਾਰੇ ਦੁੱਖਾਂ ਨੂੰ ਦੂਰ ਕਰਕੇ ਸਦਾ ਦੇ ਮੇਲੇ, ਉਸ ਨਾਲ ਮੇਲੇ ਜੋ ਸਦਾ ਹੈ, ਨਹੀਂ ਬਖਸ਼ ਸਕਦੇ। ਕਿਉਂ? ਇਸ ਲਈ ਕਿ ਮਨ ਦਾ ਝੁਕਾਓ ਇਕਾਗਰਤਾ ਦੇ ਸਾਧਨ ਕਰਨ ਵਿੱਚ ਵੀ ਆਪਣੀਆਂ ਲੋੜਾਂ ਦੇ ਪੂਰਨ ਕਰਨ ਵੱਲ ਹੀ ਰਹਿ ਜਾਂਦਾ ਹੈ। ਹਾਂ, ਦਿਸਣਹਾਰ ਦੇ ਜੋ ਬਿਨਸਨਹਾਰ ਹੈ, ਘੇਰੇ ਵਿੱਚ ਹੀ ਰਹਿ ਜਾਂਦਾ ਹੈ। ਭਗੀਰਥ ਨੂੰ ਦੱਸ ਗਿਆ ਹੈ ਕੋਈ ਸ਼ਾਕਤਕ ਸ਼ਕਤੀ ਦਾ ਧਿਆਨ, ਜੋ ਵਿਭੂਤੀਆਂ ਪ੍ਰਾਪਤ ਕਰਨ ਦੀ ਸ਼ਕਤੀ ਆ ਜਾਵੇ ਅਤੇ ਸਰੀਰਕ ਬਲ ਹੋ ਆਵੇ। ਮਨ ਦੇ ਸੁਖੀ ਹੋਣ ਲਈ ਭਗੀਰਥ ਦੀ ਲੋੜ ਸੀ ਆਤਮ ਮੇਲ। ਇਸ ਕਰਕੇ ਭਗੀਰਥ ਸਾਧਨ ਕਰਕੇ ਵੀ ਸੁਖੀ ਨਹੀਂ ਹੋਇਆ। ਮਨ ਨੂੰ ਤ੍ਰਿਪਤ ਨਹੀਂ ਆਈ। ਹੁਣ ਭਗੀਰਥ ਘਬਰਾਉਂਦਾ ਹੈ ਬਹੁਤ ਵੇਰ। ਆਪਣੀ ਪੂਜਾ ਤਾਂ ਉਸੇ ਤਰ੍ਹਾਂ ਕਰਦਾ ਹੈ, ਧਿਆਨ ਵੀ ਉਸੇ ਮੂਰਤੀ ਤੇ ਜੋੜਦਾ ਹੈ, ਪਰ ਮਨ ਵਿੱਚ ਨਹੀਂ ਪੈਂਦੀ ਠੰਡ। ਜਗਿਆਸੂ ਲਈ ਇਹ ਅਵਸਥਾ ਦੁਖਦਾਈ ਹੋਇਆ ਕਰਦੀ ਹੈ, ਜਦੋਂ ਕਿਸੇ ਧਿਆਨ ਵਿੱਚ ਤਾਂ ਲੱਗ ਪਵੇ ਪਰ ਉਸ ਤੋਂ ਠੰਡ ਨਾ ਪਵੇ। ਇਹ ਕੁਦਰਤੀ ਗੱਲ ਹੈ ਕਿ ਪੀੜਾ ਦਾ ਦੁੱਖ ਦਾਰੂ ਲਈ ਟੋਲ ਪੈਦਾ ਕਰਦਾ ਹੈ। ਭਗੀਰਥ ਆਏ ਗਏ ਸਾਧੂਆਂ ਨੂੰ ਆਪਣੇ ਮਨ ਦਾ ਦੁੱਖ ਕਹੇ ਤੇ ਦਾਰੂ ਪੁੱਛੇ।
ਹਰ ਕੋਈ ਆਪਣੇ ਖਿਆਲ ਮੁਜਬ ਉੱਤਰ ਦੇਵੇ। ਭਾਵੇਂ ਇਸ ਤਰ੍ਹਾਂ ਦੇ ਨਾਨਾ ਤਰ੍ਹਾਂ ਦੇ ਉੱਤਰਾਂ ਵਿੱਚ ਉਸਨੂੰ ਇਹ ਤਾਂ ਸਹੀ ਹੋ ਗਿਆ ਕਿ ਜਿਸ ਉਪਾਸਨਾ ਵਿੱਚ ਮੈਂ ਲੱਗਾ ਹਾਂ ਇਹ ਮੁਕਤੀ ਦੀ ਦਾਤੀ ਨਹੀਂ। ਫਿਰ ਵੀ ਉਹ ਮੁੜ ਕਿਸੇ ਮੂਰਤੀ ਤੋਂ ਆਪਣੀ ਕਲਿਆਣ ਦੀ ਯਾਚਨਾ ਕਰੇ, ਪਰ ਉੱਤਰ ਕੋਈ ਨਾ ਆਵੇ। ਭਗਤ ਨਾਮਦੇਵ ਜੀ ਦਾ ਵੀ ਇਹ ਤਜਰਬਾ ਸੀ। ਤੂੰ ਕਈਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ। ਇਹੋ ਗੱਲ ਗਰੀਬ ਚੌਧਰੀ ਨਾਲ ਵਰਤ ਰਹੀ ਸੀ। ਉਸ ਦੇ ਅੰਦਰ ਠੰਡ, ਸੁਖ ਤੇ ਮੁਕਤੀ ਦੀ ਵਾਸ਼ਨਾ ਸੀ, ਪਰ ਜੋ ਉਪਾਸਨਾ ਕਰ ਰਿਹਾ ਸੀ ਸੋ ਮੁਕਤੀ ਦਾਤਾ ਨਹੀਂ ਸੀ। ਕਵੀ ਸੰਤੋਖ ਸਿੰਘ ਜੀ ਤਾਂ ਲਿਖਦੇ ਹਨ ਕਿ ਉਸੇ ਮੂਰਤੀ ਦੀਆਂ ਉਸਤਤੀਆਂ ਤੇ ਭੇਟਾਂ ਗਾਉਂਦਿਆਂ ਇੱਕ ਸਮੇਂ ਜਦੋਂ ਉਸ ਸਾਰਾ ਦਿਨ ਮੰਦਰ ਵਿੱਚ ਗੁਜ਼ਾਰ ਦਿੱਤਾ ਤੇ ਰਾਤ ਵੀ ਉੱਥੇ ਰਿਹਾ, ਤਾਂ ਅੱਧੀ ਰਾਤ ਉਸੇ ਕਾਲੀ ਦਾ ਰੂਪ ਉਸਨੂੰ ਦਿਸ ਕੇ ਦੱਸ ਗਿਆ ਕਿ ਕਲਿਆਣ ਕਰਨਹਾਰ ਗੁਰੂ ਨਾਨਕ ਹੈ ਤੇ ਸੁਲਤਾਨਪੁਰੇ ਮੋਦੀ ਦੇ ਰੂਪ ਵਿੱਚ ਲੁਕਿਆ ਬੈਠਾ ਹੈ। ਪਰ ਭਾਈ ਮਨੀ ਸਿੰਘ ਜੀ ਲਿਖਦੇ ਹਨ ਕਿ ਇੱਕ ਸਮੇਂ ਸ੍ਰੀ ਗੁਰੂ ਜੀ ਮੈਲਸੀਹੇ ਆਏ ਤਾਂ ਭਗੀਰਥ ਆਪ ਪਾਸ ਹਾਜ਼ਰ ਹੋਇਆ। ਗੁਰੂ ਜੀ ਰਾਤ ਉੱਥੇ ਹੀ ਰਹੇ। ਭਗੀਰਥ ਵੀ ਆਪ ਦੇ ਚਰਨ ਕਮਲਾਂ ਵਿੱਚ ਸੌ ਰਿਹਾ। ਤ੍ਰਿਪਹਿਰੇ ਤੋਂ ਪਹਿਲਾਂ ਸ੍ਰੀ ਗੁਰੂ ਜੀ ਉੱਠੇ, ਭਗੀਰਥ ਜਲ ਲਿਆਇਆ। ਇਸ਼ਨਾਨ ਕਰਕੇ ਸ੍ਰੀ ਗੁਰੂ ਜੀ ਆਪਣੇ ਆਨੰਦ ਮਗਨ ਹੋ ਗਏ, ਹਾਂ ਟਿਕ ਗਏ। ਉਸ ਵਿੱਚ ਜਿਸ ਵਿੱਚ ਸਦਾ ਟਿਕੇ ਰਹਿੰਦੇ ਸਨ, ਉਸ ਰੰਗ ਵਿੱਚ ਜਿਸ ਨੂੰ ਆਪ ਹੀ ਜਾਣਦੇ ਸਨ। ਉਸ ਸਮੇਂ ਭਗੀਰਥ ਕੀ ਵੇਖਦਾ ਹੈ ਕਿ ਇੱਕ ਅਸ਼ਟਭੁਜੀ ਇਸਤਰੀ ਝਾੜੂ ਦੇ ਰਹੀ ਹੈ। ਭਗੀਰਥ ਨੇ ਪੁੱਛਿਆ, ਤੂੰ ਕੌਣ ਹੈ? ਉਸ ਆਖਿਆ, ਮੈਂ ਦੇਵੀ ਹਾਂ। ਤਾਂ ਭਗੀਰਥ ਨੇ ਅਚਰਜ ਹੋ ਕੇ ਪੁੱਛਿਆ ਕਿ ਤੈਨੂੰ ਤਾਂ ਜਗਤ ਮਾਤਾ ਆਖਦੇ ਹਨ, ਤੂੰ ਇੱਥੇ ਝਾੜੂ ਕਿਉਂ ਕਰ ਰਹੀ ਹੈ? ਉਸ ਉੱਤਰ ਦਿੱਤਾ ਕਿ ਇਹ ਪਰਮੇਸ਼ਰ ਦਾ ਨਿਰਗੁਣ ਰੂਪ ਹਨ। ਮੈਂ ਇਹਨਾਂ ਦੀ ਸੇਵਾ ਕਰਕੇ ਸ਼ਕਤੀਵਾਨ ਹੁੰਦੀ ਹਾਂ। ਇਸ ਤਰ੍ਹਾਂ ਦੀ ਗੱਲਬਾਤ ਤੋਂ ਮਗਰੋਂ ਭਗੀਰਥ ਦਾ ਉਹ ਭੰਵਰ ਜਾਲ ਜਿਸ ਵਿੱਚ ਚੱਕਰ ਲਾਉਂਦਾ ਸੀ ਪਰ ਜਿਸ ਵਿੱਚੋਂ ਬਾਹਰ ਨਹੀਂ ਸੀ ਆ ਸਕਦਾ, ਖੁੱਲ੍ਹ ਗਿਆ ਤੇ ਉਹ ਇਸ ਨਿਸ਼ਚੇ ਵਿੱਚ ਆ ਗਿਆ ਕਿ ਕਲਿਆਣ ਦੀ ਦਾਤ ਸ੍ਰੀ ਗੁਰੂ ਜੀ ਪਾਸ ਹੈ। ਭਗੀਰਥ ਹੁਣ ਸੁਲਤਾਨਪੁਰ ਰਹਿਣ ਲੱਗ ਪਿਆ। ਗੁਰੂ ਬਾਬੇ ਦਾ ਸਤਸੰਗ ਲੱਗਾ ਕਰਨ। ਸਿਮਰਨ ਦੀ ਦਾਤ ਦਾਤਾ ਜੀ ਨੇ ਬਖਸ਼ ਦਿੱਤੀ। ਅੰਮ੍ਰਿਤ ਵੇਲੇ ਜਾਗੇ, ਬਸਤਰ ਚਾ ਕੇ ਗੁਰੂ ਜੀ ਨਾਲ ਵੇਈਂ ਤੇ ਜਾਵੇ। ਆਪ ਇਸ਼ਨਾਨ ਕਰਕੇ ਦੂਰ ਸਾਰੇ ਜਾ ਬਹੇ ਤੇ ਸਾਈਂ ਦੇ ਨਾਮ ਦਾ ਅਭਿਆਸ ਕਰੇ, ਆਨੰਦ ਸਰੂਪ ਦੇ ਧਿਆਨ ਵਿੱਚ, ਅਤੇ ਦਿਨ ਸੰਤ ਸੇਵਾ ਵਿੱਚ ਬਿਤਾਵੇ। ਭਗੀਰਥ ਹੁਣ ਸੁਖੀ ਹੋ ਗਿਆ ਹੈ। ਮਨ ਵਿੱਚੋਂ ਪਹਿਲਾਂ ਵਿਕਾਰਾਂ ਦਾ ਕਬਜ਼ਾ ਛੁੱਟਾ। ਵਿਕਾਰ ਸਾਨੂੰ ਸੰਸਾਰ ਨਾਲ ਬੰਨ੍ਹਦੇ ਹਨ। ਵਿਕਾਰ ਹਨ ਮਨ ਦੀ ਇੱਕ ਗਤੀ, ਮਨ ਦੇ ਪਦਾਰਥਾਂ ਵੱਲ ਖਿੱਚ ਖਾ ਕੇ ਉਹਨਾਂ ਨੂੰ ਪ੍ਰਾਪਤ ਕਰਨ ਦੀ ਤੇ ਪ੍ਰਾਪਤ ਕਰਕੇ ਭੋਗਣ ਦੀ। ਭੋਗਣ ਨਾਲ ਭੋਗ ਸਮੇਂ ਰਸ ਪ੍ਰਾਪਤ ਹੁੰਦਾ ਹੈ, ਪਰ ਸਰੀਰ ਦਾ ਬਲ ਖਰਚ ਹੋ ਕੇ, ਮਨ ਦੀ ਸ਼ਕਤੀ ਖਰਚ ਹੋ ਕੇ ਮਗਰੋਂ ਨਿਤਾਣਪੁਣਾ ਆਉਂਦਾ ਹੈ ਤੇ ਬਹੁਤ ਭੋਗਾਂ ਮਗਰੋਂ ਰੋਗ ਉਪਜਦੇ ਹਨ। ਭੋਗਾਂ ਦਾ ਰਸ ਹੈ ਹੀ ਆਪੇ ਦੇ ਖਰਚ ਹੋਣ ਦੀ ਕਿਰਿਆ ਦਾ ਫਲ। ਜਿਵੇਂ ਆਤਿਸ਼ਬਾਜ਼ੀ ਦਾ ਚਮਤਕਾਰ ਆਪਣੀ ਲੋਭਾਇਮਾਨਤਾ ਵਿਖਾਉਣ ਤੇ ਚਮਤਕਾਰ ਮਾਰਨ ਵਿੱਚ ਆਪਣੇ ਆਪ ਨੂੰ ਖਰਚ ਕਰਦਾ ਹੈ, ਕੁਛ ਉਸ ਤਰ੍ਹਾਂ ਦਾ ਭੋਗ ਰਸ ਵਿੱਚ ਆਪਾ ਖਰਚ ਹੁੰਦਾ ਹੈ ਤੇ ਮਨ ਜੋ ਆਪਣੇ ਵਿੱਚ ਬਾਹਰਲੇ ਅਕਸ ਲੈਂਦਾ ਹੈ, ਭੋਗ ਵੇਲੇ ਡੂੰਘੇ ਅਕਸ ਲੈਂਦਾ ਹੈ। ਉਹ ਅਕਸ ਉਸ ਦੇ ਅੰਦਰ ਬਹਿ ਕੇ ਛਾਈਆਂ ਪਾ ਕੇ ਉਸ ਤੇ ਮਾਨੋਂ ਮੈਲ ਲਾਉਂਦੇ ਹਨ। ਇਸ ਤਰ੍ਹਾਂ ਮਨ ਮੈਲਾ ਜਿਹਾ ਹੋ ਜਾਂਦਾ ਹੈ ਤੇ ਉਸ ਵਿੱਚ ਭੋਗਾਂ ਤੇ ਅਕਸਾਂ ਦੀਆਂ ਝਰੀਟਾਂ ਦੀ ਧੁੰਦ ਛਾਈ ਰਹਿੰਦੀ ਹੈ। ਉਸ ਧੁੰਦ ਵਿੱਚ ਨਿਤ ਦੇ ਭੋਗ ਅਭਿਆਸ ਕਰਕੇ ਭੋਗਾਂ ਦੀ ਰੁਚੀ ਇੰਨੀ ਵੱਧ ਜਾਂਦੀ ਹੈ ਕਿ ਫਿਰ ਬਿਰਤੀ ਬਾਹਰ ਮੁਖੀ ਹੀ ਹੋਈ ਰਹਿੰਦੀ ਹੈ। ਇਹ ਅਵਸਥਾ ਹੈ ਜਿਸ ਨੂੰ ਕਹੀਦਾ ਹੈ
ਕਿ ਮਨ ਵਿਕਾਰਾਂ ਦੇ ਕਬਜ਼ੇ ਵਿੱਚ ਹੈ। ਮਨ ਤੋਂ ਇਹ ਕਬਜ਼ਾ ਤਾਂ ਉੱਠਦਾ ਹੈ ਜੇ ਕੋਈ ਉਪਰਾਲਾ ਕੀਤਾ ਜਾਏ। ਸੋ ਸਭ ਤੋਂ ਪਹਿਲਾ ਹੈ ਸੇਵਾ, ਗੁਰਬਾਣੀ ਦਾ ਅਭਿਆਸ, ਪਾਠ ਵਿਚਾਰ ਤੇ ਕੀਰਤਨ, ਫਿਰ ਨਾਮ ਸਿਮਰਨ, ਅਨੰਦ ਸਰੂਪ ਪਰਮੇਸ਼ਰ ਦੇ ਨਾਮ ਦਾ ਸਿਮਰਨ, ਫਿਰ ਸਾਈਂ ਨਾਲ ਮਿਲਾਪ ਹੁੰਦਾ ਹੈ। ਸੇਵਾ ਸਰੀਰ ਦਾ ਰੌਂ ਆਪਣਤ ਦੀ ਸੇਵਾ ਤੋਂ ਉੱਠ ਕੇ ਗੁਰਮੁਖਾਂ ਦੀ ਸੇਵਾ ਵੱਲ ਪੈਣ ਕਰਕੇ ਮਨ ਦਾ ਆਪਾਲੋਚਨ ਦਾ ਥਰ ਟੁੱਟਦਾ ਹੈ। ਗੁਰਬਾਣੀ ਮਨ ਨੂੰ ਵਿਚਾਰ ਦਿੰਦੀ ਹੈ। ਮਨ ਵਿਚਾਰ ਦੇ ਕੰਢੇ ਤੇ ਤੋਲ ਕੇ ਲਾਹੇ ਤੇ ਟੋਟੇ ਦੇ ਪਦਾਰਥਾਂ ਦੀ ਸਿਆਣ ਵਿੱਚ ਆਉਂਦਾ ਹੈ। ਦੂਸਰੇ ਬਾਣੀ ਦਾ ਅਸਰ ਮਨ ਨੂੰ ਇੱਕ ਪਾਸੇ ਲਾਉਣ ਦਾ ਹੁੰਦਾ ਹੈ। ਬੇਥਵੇ ਖਿੰਡਾਓ ਤੋਂ ਮਨ ਇੱਕ ਪਾਸੇ ਵੱਲ ਰੁਖ ਪਕੜਦਾ ਹੈ। ਤੀਸਰੇ ਇਹ ਬਾਣੀ ਸਤਿਗੁਰ ਦੇ ਹਿਰਦੇ ਤੋਂ ਆਈ ਹੈ ਤੇ ਉੱਥੇ ਧੁਰੋਂ ਆਈ ਸੀ। ਸੋ ਬੇਮਲੂਮ ਪਾਠਕ ਦੇ ਮਨ ਦਾ ਰੁਖ ਉਧਰ ਨੂੰ ਜਾਂਦਾ ਹੈ। ਗੁਰੂ ਵਾਕ ਹੈ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਫਿਰ ਬਾਣੀ ਨਾਮ ਦੀ ਕੀਮਤ ਦੱਸਦੀ ਹੈ, ਨਾਮ ਵੱਲ ਪ੍ਰੇਰਦੀ ਹੈ, ਨਾਮ ਵਿੱਚ ਲਾਉਂਦੀ ਹੈ। ਨਾਮ ਨਾਲ ਹੁੰਦਾ ਹੈ ਨਾਮੀ ਵੱਲ ਰੁਖ। ਹਾਂ, ਨਾਮ ਨਾਲ ਪਿਆਰ ਪੈਂਦਾ ਹੈ ਉਸ ਨਾਲ ਕਿ ਜਿਸ ਦਾ ਨਾਮ ਜਪਦੇ ਹਾਂ। ਨਾਮ ਪਿਆਰੇ ਦਾ ਨਾਮ ਹੈ। ਨਾਮ ਜਪ ਨਾਲ ਪਿਆਰਾ ਯਾਦ ਵਿੱਚ ਵਸਦਾ ਹੈ। ਯਾਦ ਵਿੱਚ ਵਸਾਵਣੇ ਨੂੰ ਸਿਮਰਨ ਕਹੀਦਾ ਹੈ। ਸਿਮਰਨ ਅਰਥਾਤ ਯਾਦ ਪਿਆਰੇ ਦਾ ਪ੍ਰੇਮ ਹੈ। ਪ੍ਰੇਮ ਮਿਲਣਹਾਰ ਹੈ ਜੀਵ ਨੂੰ ਈਸ਼ਵਰ ਨਾਲ, ਪ੍ਰੇਮੀ ਨੂੰ ਪਿਆਰੇ ਨਾਲ, ਅਨੰਦ ਸਰੂਪ ਵਾਹਿਗੁਰੂ ਨਾਲ। ਸੋ ਇਹ ਪ੍ਰੇਮ ਮਾਰਗ ਜੋ ਗੁਰੂ ਬਾਬੇ ਨੇ ਟੋਰਿਆ ਭਗੀਰਥ ਨੂੰ ਮਿਲਿਆ। ਉਸਨੇ ਸਤਿਗੁਰੂ ਜੀ ਦੇ ਸ਼ਬਦ ਪੜ੍ਹੇ ਤੇ ਗਾਵੇਂ, ਤਦ ਮਨ ਨੇ ਵਾਹਿਗੁਰੂ ਪ੍ਰੇਮ ਵੱਲ ਰੁਖ ਕੀਤਾ। ਸ਼ਕਤੀਆਂ ਤੋਂ ਤੇ ਸ਼ਕਤੀਆਂ ਦੀਆਂ ਸਾਕਾਰ ਮੂਰਤਾਂ ਤੋਂ ਮਨ ਉੱਚਾ ਉੱਠ ਕੇ ਸ਼ਕਤੀ ਵੱਲ ਅਰਥਾਤ ਰੱਬ ਜੀ ਵੱਲ ਗਿਆ ਤੇ ਉਸ ਦੇ ਅੰਦਰ ਆਈ ਯਾਦ ਨੇ ਪਿਆਰ ਦਾ ਰੁਖ ਫੜ ਲਿਆ। ਹੁਣ ਅੰਦਰ ਨਿਰਮਲ ਹੋ ਕੇ ਸਾਈਂ ਵਿੱਚ ਜੁੜਨ ਲੱਗ ਪਿਆ। ਮੈਲ ਘਟ ਗਈ ਹੈ ਅਰਥਾਤ ਵਿਕਾਰਾਂ ਵੱਲ ਮਨ ਦਾ ਧਾਵਣਾ ਘਟ ਕੇ ਮਨ ਆਪੇ ਵਿੱਚ ਖਲੋਂਦਾ ਹੈ। ਜਿਸ ਦੀ ਯਾਦ ਕਰ ਰਿਹਾ ਹੈ ਉਸ ਦੇ ਖਿਆਲ ਵਿੱਚ, ਉਸ ਦੀ ਹੋਂਦ ਦੇ ਖਿਆਲ ਵਿੱਚ ਖੜੋਂਦਾ ਹੈ। ਇਉਂ ਜਾਪਦਾ ਹੈ ਕਿ ਬਾਹਰੋਂ ਤਰੁੱਟ ਕੇ ਅੰਦਰੇ ਉੱਪਰ ਵਾਰ ਨੂੰ ਰੁਖ ਪਕੜ ਕੇ ਮਨ ਟਿਕਦਾ ਹੈ। ਇੱਕ ਸਵਸਥ ਵਿਵਸਥਾ ਅੰਦਰ ਬਣ ਜਾਂਦੀ ਹੈ ਜਿਸ ਵਿੱਚ ਉਚਿਆਨ ਦੀ ਪ੍ਰਤੀਤੀ ਤੇ ਟਿਕਾਓ ਤੇ ਨਿਰਮਲਤਾ ਪ੍ਰਕਾਸ਼ਦੀ ਹੈ। ਅਸਲ ਵਿੱਚ ਇਹ ਆਪਾ ਨਿਰਮਲ ਹੋਣ ਤੇ ਉਸ ਵਿੱਚ ਸਾਰੇ ਵਿਆਪਕ ਪਰਮੇਸ਼ਰ ਜੀ ਦੇ ਮੇਲ ਦੀ ਕੋਈ ਰਮਜ਼ ਵਾਲੀ ਹਾਲਤ ਹੁੰਦੀ ਹੈ। ਐਉਂ ਭਗੀਰਥ ਜੀ ਸੇਵਾ ਕਰ ਰਹੇ ਹਨ, ਗੁਰੂ ਬਾਬੇ ਕਲਿਆਣ ਸਰੂਪ ਦੀ ਅਤੇ ਬਾਣੀ ਪੜ੍ਹ ਰਹੇ ਹਨ, ਗੁਰੂ ਕੀ ਨਾਮ ਸਿਮਰ ਰਹੇ ਹਨ, ਵਾਹਿਗੁਰੂ ਜੀ ਦਾ ਤੇ ਝਲਕੇ ਮਾਣ ਰਹੇ ਹਨ ਅੰਦਰ ਸਵਸਥ ਵਿਵਸਥਾ ਦੇ ਨਿਰਮਲ ਅਰੋਗ ਦਸ਼ਾ ਦੇ, ਜੋ ਆਪੇ ਵਿੱਚ ਆਪੇ ਦੇ ਟਿਕਣ ਤੋਂ ਪਰਮ ਆਪੇ ਦੇ ਮੇਲ ਹੋਣ ਨਾਲ ਮਿਲਦੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲੇਖ ਦਾ ਅਗਲਾ ਹਿੱਸਾ ਆਪ ਜੀ ਨੂੰ ਅਗਲੇ ਭਾਗ ਵਿੱਚ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।